ਮੇਰੇ ਬਹੁਤ ਹੀ ਪਿਆਰੇ ਪਿਆਰੇ ਅਤੇ ਸਤਿਕਾਰੇ ਬੱਚਿਓ, ਸਤਿ ਸ਼੍ਰੀ ਅਕਾਲ। ਮੈਂ ਨੀਤਾ ਭਾਟੀਆ, ਪੰਜਾਬੀ ਮਿਸਟਰਸ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੈਂਪ ਬਟਾਲਾ, ਜ਼ਿਲ੍ਹਾ ਗੁਰਦਾਸਪੁਰ ਤੋਂ ਆਪ ਸਭ ਜੀ ਦੀ ਖੈਰੀਅਤ ਦੀ ਦੁਆ ਮੰਗਦੀ ਹਾਂ। ਬੱਚਿਓ, ਅੱਜ ਅਸੀਂ ਤੁਹਾਡੀ 10ਵੀਂ ਦੀ ਪੰਜਾਬੀ ਦੀ ਪਾਠ ਪੁਸਤਕ ਸਾਹਿਤਮਾਲਾ ਵਿੱਚ ਦਰਜ ਸੂਫੀ ਕਾਵਿ ਦੇ ਮੋਢੀ ਸ਼ੇਖ ਫਰੀਦ ਜੀ ਦੇ ਸਲੋਕ ਪੜ੍ਹਾਂਗੇ। ਬੱਚਿਓ, ਸ਼ੇਖ ਫਰੀਦ ਜੀ ਬਾਰੇ ਤੁਸੀਂ ਸਭ ਨੇ ਸੁਣਿਆ ਹੋਵੇਗਾ, ਜਿਨ੍ਹਾਂ ਦਾ ਜੀਵਨ ਕਾਲ 1173 ਈਸਵੀ ਤੋਂ ਲੈ ਕੇ 1266 ਈਸਵੀ ਤੱਕ ਸੀ। ਸ਼ੇਖ ਫਰੀਦ ਜੀ ਦਾ ਜਨਮ ਪਿੰਡ ਖੋਤਵਾਲ, ਜ਼ਿਲ੍ਹਾ ਮੁਲਤਾਨ ਵਿੱਚ ਹੋਇਆ ਅਤੇ ਇਹਨਾਂ ਦੇ ਪਿਤਾ ਦਾ ਨਾਮ ਸ਼ੇਖ ਜਮਾਲੂਦੀਨ ਸੁਲੇਮਾਨ ਅਤੇ ਮਾਤਾ ਦਾ ਨਾਮ ਮਰੀਮ ਸੀ। ਅਤੇ ਇਹਨਾਂ ਨੇ ਖਵਾਜਾ ਕੁਤਬਦੀਨ ਬਖਤਿਆਰ ਕਾਕੀ ਨੂੰ ਆਪਣਾ ਮੁਰਸ਼ਦ ਮਤਲਬ ਗੁਰੂ ਧਾਰਿਆ ਅਤੇ ਕਠਨ ਤਪੱਸਿਆ ਕੀਤੀ, ਬਹੁਤ ਉਸ ਪ੍ਰਭੂ ਦੀ ਭਗਤੀ ਕੀਤੀ। ਬੱਚਿਓ, ਬਾਬਾ ਫਰੀਦ ਜੀ ਦਾ ਰਹਿਣ ਸਹਿਣ ਬੜਾ ਹੀ ਸਬਰ ਸੰਤੋਖ ਅਤੇ ਗਰੀਬੀ ਵਾਲਾ ਸੀ ਅਤੇ ਸੁਭਾਅ ਇਹਨਾਂ ਦਾ ਬਹੁਤ ਮਿੱਠਾ ਸੀ ਅਤੇ ਇਹਨਾਂ ਦੇ ਮਿੱਠੇ ਸੁਭਾਅ ਕਾਰਨ ਹੀ ਇਹਨਾਂ ਨੂੰ ਗੰਜੇ ਸ਼ੱਕਰ ਭਾਵ ਮਿਠਾਸ ਦਾ ਖਜ਼ਾਨਾ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ੇਖ ਫਰੀਦ ਜੀ ਦੇ 112 ਸਲੋਕ ਅਤੇ 4 ਸ਼ਬਦ ਦਰਜ ਹਨ ਅਤੇ ਇਹਨਾਂ ਦੀ ਸਾਰੀ ਰਚਨਾ ਮਨੁੱਖੀ ਪਿਆਰ ਅਤੇ ਹਮਦਰਦੀ ਦੇ ਨਾਲ ਭਰੀ ਹੋਈ ਹੈ। ਤੁਹਾਡੀ ਪੰਜਾਬੀ ਦੀ ਪਾਠ ਪੁਸਤਕ ਸਾਹਿਤਮਾਲਾ ਵਿੱਚ ਜਿਹੜੇ ਸਲੋਕ ਦਰਜ ਹਨ, ਉਸ ਵਿੱਚੋਂ ਪਹਿਲੇ ਸਲੋਕ ਦਾ ਮੈਂ ਉਚਾਰਨ ਕਰਨ ਜਾ ਰਹੀ ਹਾਂ। ਇਸ ਦੇ ਅਸੀਂ ਔਖੇ ਸ਼ਬਦਾਂ ਦੇ ਅਰਥ ਵੀ ਦੇਖਾਂਗੇ ਅਤੇ ਵਿਆਖਿਆ ਵੀ ਕਰਾਂਗੇ। ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ, ਆਪਨੜੇ ਗਿਰੀਵਾਨ में सिर नीवा कर देख। ਇਸ ਸਲੋਕ ਦੇ ਵਿੱਚ ਬਾਬਾ ਫਰੀਦ ਜੀ ਸਾਨੂੰ ਕੀ ਕਹਿੰਦੇ ਹਨ ਕਿ ਜੇ ਤੂੰ ਅਕਲ ਲਤੀਫ ਹੈ, ਅਕਲ ਲਤੀਫ ਮਤਲਬ ਕਿ ਜੇ ਤੂੰ ਅਕਲ ਵਾਲਾ ਹੈ, ਸਮਝਦਾਰ ਹੈ, ਬਰੀਕ ਬੁੱਧੀ ਵਾਲਾ ਹੈ ਅਤੇ ਕਾਲੇ ਲਿਖ ਨਾ ਲੇਖ। ਕਾਲੇ ਲੇਖ ਕਿਹੜੇ ਹੁੰਦੇ ਆ? ਭੈੜੇ ਕੰਮ, ਮੰਦੇ ਕੰਮ, ਤੈਨੂੰ ਉਹ ਕੰਮ ਜਿਹੜੇ ਨੇ ਉਹ ਨਹੀਂ ਕਰਨੇ ਚਾਹੀਦੇ। ਆਪਣੇ ਗਿਰੀਵਾਨ ਮੇ, ਗਿਰੀਵਾਨ ਮਤਲਬ ਆਪਣੇ ਅੰਦਰ ਝਾਤੀ ਮਾਰਨੀ, ਆਪਣੀ ਬੁੱਕਲ ਦੀ ਅੰਦਰ ਦੇਖਣਾ। ਪਹਿਲੇ ਦੂਸਰਿਆਂ ਦੀ ਨਿੰਦਾ ਕਰਨ ਤੋਂ ਪਹਿਲਾਂ, ਕੋਈ ਦੂਸਰਿਆਂ ਦੀ ਗੱਲ ਕਰਨ ਤੋਂ ਪਹਿਲਾਂ ਸਾਨੂੰ ਆਪਣੇ ਅੰਦਰ ਝਾਤੀ ਮਾਰ ਕੇ ਦੇਖ ਲੈਣਾ ਚਾਹੀਦਾ ਹੈ ਕਿ ਸਾਡੇ ਆਪਣੇ ਕਰਮ ਕਿਹੋ ਜਿਹੇ ਹਨ। ਜੇ ਤੂੰ ਬਰੀਕ ਅਕਲ ਵਾਲਾ ਹੈ, ਸਮਝਦਾਰ ਹੈ ਅਤੇ ਹੋਰਾਂ ਦੇ ਜਿਹੜੇ ਮੰਦੇ ਕੰਮ ਹੈ ਤੂੰ ਉਹਨਾਂ ਨੂੰ ਨਾ ਦੇਖ। ਦੂਸਰਿਆਂ ਦੇ ਮਾੜੇ ਕੰਮ, ਮਾੜੇ ਕਰਮ ਦੇਖਣ ਤੋਂ ਪਹਿਲਾਂ ਬਾਬਾ ਫਰੀਦ ਜੀ ਕੀ ਕਹਿੰਦੇ ਹਨ, ਸਾਨੂੰ ਆਪਣੇ ਅੰਦਰ ਵੀ ਝਾਤ ਮਾਰ ਕੇ ਦੇਖ ਲੈਣਾ ਚਾਹੀਦਾ ਹੈ ਕਿ ਤੇਰੇ ਆਪਣੇ ਕੰਮ ਕਿਹੋ ਜਿਹੇ ਹਨ। ਦੂਸਰਾ ਸ਼ਲੋਕ ਹੈ, ਫਰੀਦਾ ਜੋ ਤੈ ਮਾਰਨ ਮੁਕੀਆਂ, ਤਿੰਨਾ ਨਾ ਮਾਰੇ ਕੁੰਮ, ਆਪਨੜੇ ਕਰ ਜਾਈਏ, ਪੈਰ ਤਿਨਾ ਦੇ ਚੁੰਮ। ਫਰੀਦਾ, ਇਸ ਸਲੋਕ ਦੇ ਵਿੱਚ ਬਾਬਾ ਫਰੀਦ ਜੀ ਕਹਿੰਦੇ ਹਨ ਕਿ ਜੇ ਤੈਨੂੰ ਕੋਈ ਮੁੱਕੀਆਂ ਮਾਰਦਾ ਹੈ
ਭਾਵ ਮੁੱਕੀ ਮਾਰਨ ਤੋਂ ਕੀ ਭਾਵ ਹੈ? ਜੇ ਤੈਨੂੰ ਕੋਈ ਦੁੱਖ ਦਿੰਦਾ ਹੈ, ਕੋਈ ਮਾੜੀ ਗੱਲ ਆਖਦਾ ਹੈ, ਤੇਰਾ ਦਿਲ ਦਿਖਾਉਂਦਾ ਹੈ, ਤੇ ਉਸ ਨੂੰ ਤੂੰ ਪਰਤ ਕੇ ਉਸ ਦੇ ਵਰਗਾ ਹੀ ਜਵਾਬ ਨਹੀਂ ਦੇਣਾ ਹੈ, ਭਾਵ ਬਦਲਾ ਨਹੀਂ ਲੈਣਾ ਹੈ। ਆਪਣੇ ਘਰ ਜਾਈਏ, ਆਪਣੇ ਘਰ ਦੇ ਵਿੱਚ ਚੁੱਪਚਾਪ, ਸਗੋਂ ਜਿਹੜਾ ਸਾਡਾ ਦਿਲ ਦੁਖਾਉਂਦਾ ਹੈ, ਸਾਨੂੰ ਮਾੜੀ ਗੱਲ ਆਖਦਾ ਹੈ, ਉਸ ਦੇ ਚੁੱਪਚਾਪ ਪੈਰ ਚੁੰਮ ਕੇ ਸਾਨੂੰ ਆਪਣੇ ਘਰ ਵਾਪਸ ਪਰਤ ਜਾਣਾ ਚਾਹੀਦਾ ਹੈ। ਭਾਵ ਇਸ ਸ਼ਲੋਕ ਦੇ ਵਿੱਚ ਬਾਬਾ ਫਰੀਦ ਜੀ ਨੇ ਸਾਨੂੰ ਬਦਲੇ ਦੀ ਭਾਵਨਾ ਜਿਹੜੀ ਹੈ ਉਸ ਨੂੰ ਤਿਆਗਣ ਦੀ ਪ੍ਰੇਰਨਾ ਦਿੱਤੀ ਹੈ ਕਿ ਜੇ ਕੋਈ ਸਾਡੇ ਨਾਲ ਕੋਈ ਮਾੜਾ ਸਲੂਕ ਕਰਦਾ ਹੈ ਤੇ ਸਾਨੂੰ ਉਸ ਦੇ ਨਾਲ ਪਰਤ ਕੇ ਉਸ ਵਰਗਾ ਸਲੂਕ ਨਹੀਂ ਕਰਨਾ ਹੈ। ਚੁੱਪਚਾਪ ਉਹਦੇ ਪੈਰਾਂ ਨੂੰ ਹੱਥ ਲਾ ਕੇ ਆਪਣੇ ਘਰ ਵਾਪਸ ਆ ਜਾਣਾ ਹੈ। ਅਗਲਾ ਸ਼ਲੋਕ ਹੈ ਬਾਬਾ ਫਰੀਦ ਜੀ ਦਾ। फरीदा जंगल जंगल क्या पवै, वन कंडा मोड़े, वसी रब हयालिए, जंगल क्या ढूंढे फरीदा। ਇਸ ਸ਼ਲੋਕ ਦੇ ਵਿੱਚ ਬਾਬਾ ਫਰੀਦ ਜੀ ਨੇ ਸਾਨੂੰ ਇਹ ਦੱਸਿਆ ਹੈ, ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਪਰਮਾਤਮਾ, ਉਹ ਰੱਬ, ਉਹ ਵਾਹਿਗੁਰੂ ਸਾਡੇ ਅੰਦਰ ਹੀ ਹੈ। ਫਰੀਦਾ ਜੰਗਲ ਜੰਗਲ ਕਿਆ ਭਵੈ ਹੈ। ਜੰਗਲ ਜੰਗਲ ਮਤਲਬ ਜਗ੍ਹਾ ਜਗ੍ਹਾ 'ਤੇ, ਹਰੇਕ ਜੰਗਲ ਦੇ ਵਿੱਚ ਉਸ ਨੂੰ ਲੱਭਣ ਦਾ ਕੋਈ ਫਾਇਦਾ ਨਹੀਂ ਹੈ। ਜੰਗਲ ਜੰਗਲ ਥਾਂ ਥਾਂ 'ਤੇ ਜਾਣ ਦਾ, ਉਸ ਪਰਮਾਤਮਾ ਨੂੰ ਲੱਭਣ ਦਾ ਕੋਈ ਫਾਇਦਾ ਨਹੀਂ ਹੈ, ਕਿਉਂਕਿ ਪਰਮਾਤਮਾ ਸਾਡੇ ਅੰਦਰ ਹੀ ਹੈ। ਵਸੀ ਰੱਬ ਹਯਾਲੀ ਹੈ। ਹਯਾਲੀਆ ਮਤਲਬ ਹਿਰਦੇ ਦੇ ਵਿੱਚ। ਪਰਮਾਤਮਾ ਸਾਡੇ ਹਿਰਦੇ ਦੇ ਵਿੱਚ ਵਸਦਾ ਹੈ। ਇਸ ਕਰਕੇ ਜੰਗਲਾਂ ਦੇ ਵਿੱਚ ਕੀ ਹੈ? ਉੱਥੇ ਝਾੜੀਆਂ ਹਨ, ਕੰਢੇ ਹਨ, ਅਤੇ ਉਹ ਜਦੋਂ ਅਸੀਂ ਜੰਗਲਾਂ ਦੇ ਵਿੱਚ ਉਸ ਪਰਮਾਤਮਾ ਨੂੰ ਲੱਭਣ ਜਾਵਾਂਗੇ ਅਤੇ ਉਸ ਕੰਢਿਆਂ ਨੂੰ ਆਪਣੇ ਪੈਰਾਂ ਹੇਠ ਕਿਉਂ ਲਿਤਾੜਨਾ ਹੈ? ਰੱਬ ਦੇ ਸਾਡੇ ਅੰਦਰ ਹੈ। ਸਾਨੂੰ ਜੰਗਲਾਂ ਵਿੱਚ ਜਾਣ ਦਾ, ਉਸ ਨੂੰ ਪਰਮਾਤਮਾ ਨੂੰ ਬਾਹਰ ਲੱਭਣ ਦਾ ਕੋਈ ਫਾਇਦਾ ਨਹੀਂ ਹੈ। ਇਸ ਤਰ੍ਹਾਂ ਇਸ ਸ਼ਲੋਕ ਦੇ ਵਿੱਚ ਬਾਬਾ ਫਰੀਦ ਜੀ ਸਾਨੂੰ ਇਹ ਸਮਝਾਉਂਦੇ ਹਨ ਕਿ ਪਰਮਾਤਮਾ ਸਾਡੇ ਅੰਦਰ ਹੀ, ਸਾਡੇ ਹਿਰਦੇ ਦੇ ਵਿੱਚ ਹੀ ਵਸਦਾ ਹੈ। ਸਿਰਫ ਇਸ ਨੂੰ ਜਾਣਨ ਦੀ, ਪਛਾਣਨ ਦੀ ਲੋੜ ਹੈ। ਅਗਲਾ ਸ਼ਲੋਕ ਹੈ ਬਾਬਾ ਫਰੀਦ ਜੀ ਦਾ। ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੂਜਨ ਤੁਧ ਫਰੀਦਾ। ਇਸ ਸ਼ਲੋਕ ਦੇ ਵਿੱਚ ਸ਼ੇਖ ਫਰੀਦ ਜੀ, ਬਾਬਾ ਫਰੀਦ ਜੀ ਸਾਨੂੰ ਕੀ ਸਮਝਾਉਂਦੇ ਹਨ ਕਿ ਜੋ ਮਿਠਾਸ, ਜੋ ਆਨੰਦ ਰੱਬ ਦੇ ਨਾਮ ਵਿੱਚ ਹੈ, ਉਹ ਇਹਨਾਂ ਵਸਤੂਆਂ ਦੇ ਵਿੱਚ ਜਿਹੜੀ ਕਿ ਉਹਨਾਂ ਨੇ ਸ਼ਲੋਕ ਵਿੱਚ ਦਰਜ ਕੀਤੀਆਂ ਹਨ। ਸ਼ੱਕਰ, ਖੰਡ, ਨਿਵਾਤ ਕਿਹਨੂੰ ਕਹਿੰਦੇ ਆ? ਮਿਸਰੀ ਨੂੰ। ਗੁੜ, ਮਾਖਿਓ, ਸ਼ਹਿਦ, ਮਾਝਾ ਦੁੱਧ, ਅਤੇ ਦੁੱਧ ਜਿਹੜਾ ਵੈ ਉਹ ਵੀ ਸਾਰੀਆਂ ਵਸਤੂਆਂ, ਇਸ ਤੋਂ ਵੀ ਇਹ ਕੋਈ ਸ਼ੱਕ ਨਹੀਂ ਕਿ ਇਹ ਸਾਰੀਆਂ ਵਸਤੂਆਂ ਮਿੱਠੀਆਂ ਹਨ, ਪਰ ਸਭੇ ਵਸਤੂ ਮਿੱਠੀਆਂ ਰੱਬ ਨਾ ਪੂਜਨ ਤੁਧ। ਪਰ ਇਸ ਦੇ ਨਾਲ ਅਸੀਂ ਪਰਮਾਤਮਾ ਨੂੰ ਖੁਸ਼ ਨਹੀਂ ਕਰ ਸਕਦੇ। ਜੇ ਅਸੀਂ ਪਰਮਾਤਮਾ ਤੱਕ ਪਹੁੰਚਣਾ ਹੈ ਅਤੇ ਉਸ ਦਾ ਸਿਮਰਨ ਕਰਕੇ ਹੀ ਪਹੁੰਚਿਆ ਜਾ ਸਕਦਾ ਹੈ। ਇਹ ਸਾਰੀਆਂ ਚੀਜ਼ਾਂ ਮਿੱਠੀਆਂ ਹਨ, ਪਰ ਸਭ ਤੋਂ ਮਿੱਠੀ ਚੀਜ਼ ਕਿਹੜੀ ਹੈ? ਉਸ ਪਰਮਾਤਮਾ ਦਾ ਨਾਮ ਹੈ, ਉਸ ਰੱਬ ਦਾ ਸਿਮਰਨ ਹੈ। ਨਾਮ ਦੀ ਮਿਠਾਸ ਜਿਹੜੀ ਹੈ, ਉਸ ਤੱਕ ਇਹ ਸਾਰੀਆਂ ਚੀਜ਼ਾਂ ਕਦੀ ਵੀ ਨਹੀਂ ਪਹੁੰਚ ਸਕਦੀਆਂ। ਠੀਕ ਹੈ ਜੀ। ਅਗਲਾ ਸ਼ਲੋਕ ਹੈ ਸ਼ੇਖ ਫਰੀਦ ਜੀ ਦਾ। ਫਰੀਦਾ
रोटी मेरी काठ की, लावण मेरी भुख, जिन्ना खाधी चोपड़ी, कणे सहणगे दुख फरीदा। ਇਸ ਸ਼ਲੋਕ ਦੇ ਵਿੱਚ ਸ਼ੇਖ ਫਰੀਦ ਜੀ ਨੇ ਕਿਰਤ ਤੇ ਮਿਹਨਤ ਦੇ ਨਾਲ ਜਿਹੜੀ ਕਮਾਈ ਹੋਈ ਰੋਟੀ ਹੈ ਦੱਸਿਆ ਹੈ ਕਿ ਉਹ ਰੋਟੀ ਜਿਹੜੀ ਹੈ ਉਸ ਦੇ ਨਾਲ ਹੀ ਸਾਡੀ ਭੁੱਖ ਮਿਟਦੀ ਹੈ। ਫਰੀਦਾ ਰੋਟੀ ਮੇਰੀ ਕਾਠ ਕੀ ਕੀ ਹੈ? ਲੱਕੜ ਵਰਗੀ ਸੁੱਕੀ ਹੋਈ ਰੁੱਖੀ ਮਿੱਸੀ ਰੋਟੀ ਜਿਹਨੂੰ ਕਹਿੰਦੇ ਹਾਂ। ਲਾਵਣ ਮਤਲਬ ਭਾਜੀ, ਜਿਹਨੂੰ ਸਲੂਣੀ ਚੀਜ਼ ਕਹਿੰਦੇ ਆ, ਲੂਣ ਵਾਲੀ। ਮੇਰੀ ਭੁੱਖ, ਜਿੰਨਾ ਖਾਧੀ ਚੋਪੜੀ, ਘਣੇ ਸਹਿਣਗੇ ਦੁੱਖ। ਚੋਪੜੀ ਮਤਲਬ ਸਵਾਦਲੀ ਰੋਟੀ, ਬਹੁਤ ਹੀ ਘਿਓ ਦੇ ਨਾਲ ਚੋਪੜੀ ਸਵਾਦਿਸ਼ਟ ਰੋਟੀ ਜਿਹੜੀ ਆ। ਘਣੇ ਸਹਿਣਗੇ ਦੁੱਖ। ਇੱਥੋਂ ਇਸ ਸ਼ਲੋਕ ਤੋਂ ਕੀ ਭਾਵ ਹੈ ਕਿ ਸੁੱਕੀ ਰੋਟੀ ਜਿਹੜੀ ਆ, ਕਾਠ ਕੀ ਰੋਟੀ, ਮਿਹਨਤ ਦੀ ਕਮਾਈ ਹੋਈ ਰੋਟੀ ਜਿਹੜੀ ਆ, ਉਹ ਸਾਡੀ ਰੋਟੀ ਜਿਹੜੀ ਆ ਉਹ ਹੀ ਸਾਨੂੰ ਸੁੱਖ ਦਿੰਦੀ ਆ। ਅਤੇ ਜਿਹੜੇ ਦੂਜਿਆਂ ਦਾ ਹੱਕ ਮਾਰ ਕੇ ਜਿੰਨਾ ਖਾਧੀ ਚੋਪੜੀ, ਇੱਥੋਂ ਚੋਪੜੀ ਖਾਣ ਤੋਂ ਮਤਲਬ ਇਹ ਨਹੀਂ ਕਿ ਜਿਨ੍ਹਾਂ ਨੇ ਘਿਓ ਦੇ ਨਾਲ ਚੋਪੜ ਕੇ ਖਾਧੀ। ਇਸ ਦਾ ਮਤਲਬ ਹੈ ਕਿ ਜਿਹੜੇ ਦੂਸਰਿਆਂ ਦਾ ਹੱਕ ਮਾਰ ਕੇ ਰੋਟੀ ਕਮਾਉਂਦੇ ਹਨ, ਖਾਂਦੇ ਹਨ, ਦੂਸਰਿਆਂ ਨੂੰ ਦੁੱਖ ਦੇ ਕੇ ਆਪ ਚੰਗੀ ਚੋਖੀ ਰੋਟੀ ਖਾਂਦੇ ਹਨ, ਉਹ ਹਮੇਸ਼ਾ ਹੀ ਦੁੱਖ ਭੋਗਦੇ ਹਨ। ਸੋ ਇਸ ਸ਼ਲੋਕ ਦੇ ਵਿੱਚ ਸ਼ੇਖ ਫਰੀਦ ਜੀ ਸਾਨੂੰ ਇਹ ਸੰਦੇਸ਼ ਦਿੰਦੇ ਹਨ ਕਿ ਸਾਨੂੰ ਕਦੇ ਵੀ ਕਿਸੇ ਦਾ ਹੱਕ ਮਾਰ ਕੇ ਰੋਟੀ ਨਹੀਂ ਕਮਾਉਣੀ ਚਾਹੀਦੀ, ਕਦੇ ਵੀ ਕਿਸੇ ਦਾ ਹੱਕ ਨਹੀਂ ਮਾਰਨਾ ਚਾਹੀਦਾ। ਅਗਲਾ ਸ਼ਲੋਕ ਹੈ ਸ਼ੇਖ ਫਰੀਦ ਜੀ ਦਾ। ਫਰੀਦਾ रूखी सूखी खाए के ठंडा पानी पियो, फरीदा देख पराई चोपड़ी, ना तरसाए जियो। इस श्लोक ਦੇ ਵਿੱਚ ਸਾਨੂੰ ਸ਼ੇਖ ਫਰੀਦ ਜੀ ਕੀ ਕਹਿੰਦੇ ਹਨ ਕਿ ਆਪਣੀ ਰੁੱਖੀ ਮਿੱਸੀ ਹੀ ਖਾ ਕੇ ਅਤੇ ਠੰਡਾ ਪਾਣੀ ਪੀ ਕੇ ਗੁਜ਼ਾਰਾ ਕਰ ਲੈਣਾ ਚਾਹੀਦਾ ਹੈ, ਅਤੇ ਦੂਸਰੇ ਦੀ ਚੋਪੜੀ ਸਵਾਦਲੀ ਰੋਟੀ ਦੇਖ ਕੇ ਸਾਨੂੰ ਆਪਣਾ ਮਨ ਕਦੀ ਵੀ ਤਰਸਾਉਣਾ ਨਹੀਂ ਚਾਹੀਦਾ। ਸਾਨੂੰ ਉਸ ਪਰਮਾਤਮਾ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਸਾਨੂੰ ਉਸਨੇ ਇੰਨੀਆਂ ਦਾਤਾਂ ਬਖਸ਼ੀਆਂ ਹਨ, ਅਤੇ ਸਾਨੂੰ ਸੰਤੁਸ਼ਟੀ ਦਾ ਜੀਵਨ ਜਿਹੜਾ ਹੈ ਉਹ ਬਿਤਾਉਣਾ ਚਾਹੀਦਾ ਹੈ। ਦੂਸਰੇ ਦਾ ਉੱਚਾ ਘਰ ਵੇਖ ਕੇ, ਦੂਸਰੇ ਦੀ ਸਵਾਦਲੀ ਰੋਟੀ ਦੇਖ ਕੇ ਸਾਨੂੰ ਆਪਣਾ ਮਨ ਨਹੀਂ ਤਰਸਾਉਣਾ ਚਾਹੀਦਾ। ਅਗਲਾ ਸ਼ਲੋਕ ਹੈ। ਫਰੀਦਾ ਚਾਰ ਗਵਾਇਆ ਹੰਡ ਕੇ, ਚਾਰ ਗਵਾਇਆ ਸਮ, ਲੇਖਾ ਰੱਬ ਮੰਗੇ ਸਿਆ, ਤੂੰ ਆਹੋ ਕੇਰੇ ਕੰਮ ਫਰੀਦਾ। ਬੱਚਿਓ, ਇਸ ਸ਼ਲੋਕ ਦੇ ਵਿੱਚ ਬਾਬਾ ਫਰੀਦ ਜੀ ਸਾਨੂੰ ਕੀ ਦੱਸਦੇ ਹਨ ਕਿ ਚਾਰ ਗਵਾਇਆ ਹੰਡ ਕੇ। ਦੇਖੋ ਬੱਚਿਓ ਕਿ ਦਿਨ ਅਤੇ ਰਾਤ ਮਿਲ ਕੇ 8 ਪਹਿਰ ਬਣਦੇ ਹਨ। 4 ਪਹਿਰ ਜਿਹੜੇ ਆ ਉਹ ਦਿਨ ਦੇ ਹੈ ਅਤੇ 4 ਪਹਿਰ ਰਾਤ ਦੇ। ਅਸੀਂ ਕੀ ਕਰਦੇ ਹਾਂ ਕਿ ਸਵੇਰ ਦੇ ਜਿਹੜੇ ਸਾਡੇ 4 ਪਹਿਰ ਨੇ ਉਹ ਤਾਂ ਆਪਾਂ ਹੰਡ ਕੇ ਮਤਲਬ ਦੌੜ ਭੱਜ ਦੌੜ ਪਈ ਹੁੰਦੀ ਹੈ ਸਾਨੂੰ ਸਵੇਰ ਤੋਂ, ਅਸੀਂ ਉਹਦੇ ਵਿੱਚ ਆਪਣਾ ਸਮਾਂ ਗਵਾ ਲੈਂਦੇ ਹਾਂ। ਅਤੇ ਜਿਹੜਾ ਰਾਤ ਦੇ 4 ਪਹਿਰ ਨੇ ਉਹਨੂੰ ਸਮ ਮਤਲਬ ਸੋ ਕੇ, 4 ਗਵਾਇਆ ਸਮ ਮਤਲਬ ਉਸਨੂੰ ਸੋ ਕੇ ਗਵਾ ਦਿੰਦੇ ਹਾਂ। ਅਤੇ ਲੇਖਾ ਰੱਬ ਮੰਗੇਸੀਆ, ਅਤੇ ਜਦੋਂ ਪਰਮਾਤਮਾ ਸਾਡੇ ਕੋਲ ਹਿਸਾਬ ਮੰਗੇਗਾ ਕਿ ਤੂੰ ਦੁਨੀਆ 'ਤੇ ਕਿਹੜੇ ਕੰਮ ਵਾਸਤੇ ਆਇਆ ਹੈ ਅਤੇ ਤੂੰ ਕੀ ਕਰੀ ਜਾ ਰਿਹਾ ਹੈ,
ਤੈਨੂੰ ਪਰਮਾਤਮਾ ਨੇ ਇਸ ਧਰਤੀ 'ਤੇ ਕਿਸ ਵਾਸਤੇ ਭੇਜਿਆ, ਉਸ ਪਰਮਾਤਮਾ ਨੂੰ ਤੂੰ ਭੁਲਾਈ ਬੈਠਾ ਹੈ ਅਤੇ ਤੂੰ ਹੋਰ ਦੁਨੀਆਦਾਰੀ ਦੇ ਕੰਮਾਂ ਦੇ ਵਿੱਚ ਰੁੱਝਿਆ ਪਿਆ ਹੈ। ਇਸ ਕਰਕੇ ਸਾਨੂੰ ਇਸ ਸੰਸਾਰ ਦੇ ਵਿੱਚ ਰਹਿ ਕੇ ਉਸ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ, ਉਸ ਨੂੰ ਯਾਦ ਕਰਨਾ ਚਾਹੀਦਾ ਹੈ। ਫਰੀਦਾ ਜਿੰਨੀ ਕਮੀ ਨਾਹੀ ਗੁਣ, ਤੇ ਕਮੜੇ ਵਿਸਾਰ ਮਤ ਸ਼ਰਮਿੰਦਾ ਥੀ ਵਹੀ, ਸਾਈਂ ਦੇ ਦਰਬਾਰ। ਇਸ ਸ਼ਲੋਕ ਦੇ ਵਿੱਚ ਬਾਬਾ ਫਰੀਦ ਜੀ ਸਾਨੂੰ ਕੀ ਸਮਝਾਉਂਦੇ ਹਨ ਕਿ ਜਿੰਨੀ ਕਮੀ, ਜਿਨ੍ਹਾਂ ਕੰਮਾਂ ਦੇ ਵਿੱਚ ਕੋਈ ਗੁਣ ਨਹੀਂ, ਕੋਈ ਲਾਭ ਨਹੀਂ ਉਸ ਕੰਮਾਂ ਨੂੰ ਕਰਨ 'ਤੇ ਕਮੜੇ ਵਿਸਾਰ, ਕਮੜੇ ਮਤਲਬ ਇਹੋ ਜਿਹੇ ਕੋਝੇ ਕੰਮ, ਮਾੜੇ ਕੰਮ ਤੂੰ ਵਿਸਾਰ, ਤੂੰ ਛੱਡ ਦੇ। ਇਹ ਨਾ ਹੋਵੇ ਕਿ ਜਦੋਂ ਅਸੀਂ ਪਰਮਾਤਮਾ ਦੀ ਦਰਗਾਹ 'ਤੇ ਜਾਈਏ, ਮਤ ਸ਼ਰਮਿੰਦਾ ਥੀਵੀ ਸਾਈਂ ਦੇ ਦਰਬਾਰ, ਜਦੋਂ ਉਸ ਪਰਮਾਤਮਾ ਦੇ ਅਸੀਂ ਰੂਬਰੂ ਹੋਵਾਂਗੇ, ਉਸ ਮਾਲਕ ਦੇ ਘਰ ਜਾਵਾਂਗੇ ਅਤੇ ਆਪਣੇ ਇਸ ਮਾੜੇ ਕੰਮਾਂ ਕਰਕੇ, ਕੋਝੇ ਕੰਮਾਂ ਕਰਕੇ ਸਾਨੂੰ ਕਿਤੇ ਸ਼ਰਮਿੰਦਾ ਹੀ ਨਾ ਹੋਣਾ ਪਵੇ। ਇਸ ਕਰਕੇ ਸਾਨੂੰ ਮਾੜੇ ਕੰਮ ਛੱਡ ਦੇਣੇ ਚਾਹੀਦੇ ਹਨ, ਜਿਨ੍ਹਾਂ ਨੂੰ ਕਰਨ ਦਾ ਕੋਈ ਲਾਭ ਨਹੀਂ ਹੈ। ਅਗਲਾ ਸ਼ਲੋਕ ਹੈ, ਫਰੀਦਾ ਕਾਲੇ ਮਹਿੰਗੇ ਕੱਪੜੇ, ਕਾਲਾ ਮਹਿੰਗਾ ਵੇਸ, ਗੁਨੀ ਭਰਿਆ ਮੈਂ ਫਿਰਾਂ, ਲੋਕ ਕਹੇ ਦਰਵੇਸ। ਇਸ ਸ਼ਲੋਕ ਦੇ ਵਿੱਚ ਕੀ ਕਹਿੰਦੇ ਹਨ ਸ਼ੇਖ ਫਰੀਦ ਜੀ ਕਿ ਕਾਲੇ ਮਹਿੰਡੇ, ਮਹਿੰਡੇ ਮਤਲਬ ਮੇਰੇ ਕੱਪੜੇ ਜਿਹੜੇ ਹਨ ਉਹ ਵੀ ਕਾਲੇ ਰੰਗ ਦੇ ਹਨ, ਮੇਰਾ ਜਿਹੜਾ ਵੇਸ ਹੈ, ਪਹਿਰਾਵਾ ਹੈ, ਪੁਸ਼ਾਕ ਹੈ, ਉਹ ਕਾਲੇ ਰੰਗ ਦੀ ਹੈ। ਗੁਨੀ ਭਰਿਆ ਮੈਂ ਫਿਰਾਂ, ਅਤੇ ਅੰਦਰੋਂ ਲੋਕ ਕਹੇ ਦਰਵੇਸ, ਮੈਂ ਕਾਲੇ ਕੱਪੜੇ ਪਾ ਕੇ ਇੱਕ ਫਕੀਰ ਦਾ, ਇੱਕ ਦਰਵੇਸ਼ ਦਾ ਰੂਪ ਤਾਂ ਧਾਰਨ ਕੀਤਾ ਹੈ, ਪਰ ਅੰਦਰ ਮੇਰਾ ਗੁਨਾਹਾਂ ਨਾਲ ਭਰਿਆ ਹੋਇਆ ਹੈ। ਪਰ ਮੇਰੇ ਵੇਸ ਕਰਕੇ, ਮੇਰੇ ਇਸ ਪਹਿਰਾਵੇ ਕਰਕੇ ਮੈਨੂੰ ਸਾਰਾ ਸੰਸਾਰ, ਸਾਰਾ ਜਗਤ ਕੀ ਆਖਦਾ ਹੈ, ਫਕੀਰ ਆਖਦਾ ਹੈ। ਕਹਿਣ ਦਾ ਭਾਵ ਹੈ ਕਿ ਮਨੁੱਖ ਦੂਜੇ ਮਨੁੱਖ ਨੂੰ ਪਛਾਣਨ ਦੇ ਵਿੱਚ ਗਲਤੀ ਕਰ ਦਿੰਦਾ ਹੈ। ਅਸੀਂ ਕਿਸੇ ਨੂੰ ਉਸਦੇ ਕੱਪੜਿਆਂ ਤੋਂ ਉਸਦੀ ਅਸਲੀਅਤ ਦਾ, ਉਸਦੀ ਸਹੀ ਸ਼ਖਸੀਅਤ ਦਾ ਅੰਦਾਜ਼ਾ ਨਹੀਂ ਲਗਾ ਸਕਦੇ। ਅਗਲਾ ਸ਼ਲੋਕ ਹੈ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗ ਗਈ, ਪੱਲੇ ਸਭ ਕਿਛ ਪਾਏ। ਇਸ ਵਿੱਚ ਬਾਬਾ ਫਰੀਦ ਜੀ ਕਹਿੰਦੇ ਹਨ ਕਿ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਮਨ ਦੇ ਵਿੱਚ ਨਾ ਹੰਡਾਏ ਮਤਲਬ ਨਾ ਆਉਣ ਦੇ, ਦੇਹੀ ਰੋਗ ਨਾ ਲੱਗ ਗਈ। ਇਸ ਤਰ੍ਹਾਂ ਜੇਕਰ ਆਪਾਂ ਕਿਸੇ ਦੀ ਕਹੀ ਹੋਈ ਗੱਲ ਦਾ ਮਨ ਵਿੱਚ ਗੁੱਸਾ ਨਹੀਂ ਆਉਣ ਦਿੰਦੇ ਤਾਂ ਸਾਡੀ ਦੇਹ ਨੂੰ, ਸਾਡੇ ਸਰੀਰ ਨੂੰ, ਸਾਡੇ ਤਨ ਨੂੰ ਕਿਸੇ ਤਰ੍ਹਾਂ ਦਾ ਰੋਗ ਨਹੀਂ ਲੱਗਦਾ। ਪੱਲੇ ਸਭ ਕੁਛ ਪਾਏ ਭਾਵ ਅਸੀਂ ਉਸ ਪਰਮਾਤਮਾ ਦੇ ਨੇੜੇ ਹੋ ਜਾਂਦੇ ਹਾਂ ਅਤੇ ਹਰੇਕ ਪਦਾਰਥ ਜਿਹੜਾ ਵੈ ਸਾਡਾ ਉਹ ਸਾਂਭਿਆ ਰਹਿੰਦਾ ਹੈ। ਅਗਲਾ ਸ਼ਲੋਕ ਹੈ, ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਮਾਏ ਜਗ, ਉੱਚੇ ਚੜ ਕੇ ਦੇਖਿਆ ਤਾਂ ਕਰ ਕਰੇ ਅੱਗ। ਬਾਬਾ ਫਰੀਦ ਜੀ ਨੇ ਸਾਨੂੰ ਇਸ ਸ਼ਲੋਕ ਰਾਹੀਂ ਸਮਝਾਇਆ ਹੈ ਕਿ ਸਾਨੂੰ ਲੋਕਾਂ ਨੂੰ ਵਹਿਮ ਹੈ ਕਿ ਦੁੱਖ ਸਿਰਫ ਮੈਂ ਹੀ ਹਾਂ ਅਤੇ ਅਸੀਂ ਦੁਖੀ ਸਿਰਫ ਅਸੀਂ ਹਾਂ, ਮੈਨੂੰ ਹੀ ਦੁੱਖ ਹੈ। ਅਸੀਂ ਉਸ ਪਰਮਾਤਮਾ ਦੇ ਅੱਗੇ ਗਿਲਾ ਕਰਦੇ ਹਾਂ ਕਿ ਸਾਰੇ ਜਗਤ ਦੇ ਲੋਕ ਸੁਖੀ ਹਨ, ਕਿ ਮੈਂ ਹੀ ਦੁਖੀ ਹਾਂ। ਪਰ ਜਦੋਂ ਮੈਂ ਆਪਣੇ ਸਵਾਰਥ ਤੋਂ ਉੱਚਾ ਉੱਠ ਕੇ, ਆਪਣੇ ਦੁੱਖ ਤੋਂ ਉੱਚਾ ਉੱਠ ਕੇ ਆਲੇ ਦੁਆਲੇ ਝਾਤੀ ਮਾਰੀ, ਉੱਚੇ ਚੜ੍ਹ ਕੇ ਦੇਖਿਆ ਅਤੇ ਮੈਂ ਕੀ ਦੇਖਿਆ ਕਿ ਹਰ ਘਰ ਦੇ ਵਿੱਚ ਇਹ ਦੁੱਖਾਂ ਦੀ ਅੱਗ ਬਲ ਰਹੀ ਹੈ, ਭਾਵ ਹਰ ਇਨਸਾਨ ਦੁਖੀ ਹੈ। ਅਗਲਾ ਸ਼ਲੋਕ ਹੈ, ਫਰੀਦਾ
हो बलिहारी तिन पंखियाँ, जंगल जिन्ना वास, कंकर चुगन थल वसण, रब ना छोड़न पास। इस श्लोक विच शेख फरीद जी आखदे हैं कि हौ मतलब मैं, बलिहारी मतलब सदके जाना हाँ, कुर्बान जाना हाँ, तिन पंखियाँ मतलब पंछियां तो, जंगल जिन्ना वास, जिन्ना दा वासा कित्थे है, जंगल विच है। कंकर चुगन, ਜਿਹੜੇ कि कंकर रोड़ पत्थर चुगदे ਹਨ, ਧਰਤੀ ਤੇ ਵਸਦੇ ਹਨ, ਪਰ ਕਦੇ ਵੀ ਰੱਬ ਨਾ ਛੋੜਨ ਪਾਸ, ਰੱਬ ਦਾ ਆਸਰਾ ਨਹੀਂ ਛੱਡਦੇ। ਤੇ ਅਸੀਂ ਇਨਸਾਨ ਜੋ ਹੈ ਉਸ ਪਰਮਾਤਮਾ ਨੂੰ ਭੁਲਾਈ ਬੈਠੇ ਹਾਂ। ਇਸ ਸ਼ਲੋਕ ਦੇ ਵਿੱਚ ਸਾਨੂੰ ਉਸ ਪਰਮਾਤਮਾ ਦਾ ਪੱਲਾ, ਉਸ ਪਰਮਾਤਮਾ ਦੇ ਆਸਰੇ ਰਹਿਣ ਲਈ ਸ਼ੇਖ ਫਰੀਦ ਜੀ ਸੰਦੇਸ਼ ਦਿੰਦੇ ਹਨ। ਲਾਸਟ ਅੰਤ ਦੇ ਵਿੱਚ ਸ਼ੇਖ ਫਰੀਦ ਜੀ ਦਾ ਸ਼ਲੋਕ ਹੈ, ਕੀ ਕਹਿੰਦੇ ਹਨ? ਇੱਕ ਫਿੱਕਾ ਨਾ ਗਲਾਏ, सबना में सच्चा तणी, ह्याओ ना कही ठाहे, माणक सब अमोल वे। एक फिक्का ना गलाए, गलाए मतलब बोलना, धनी मतलब उस वो मालक, वो परमात्मा। ਸਾਨੂੰ ਕਿਸੇ ਨਾਲ ਵੀ ਫਿੱਕਾ ਨਹੀਂ ਬੋਲਣਾ ਚਾਹੀਦਾ। ਸਭ ਦੇ ਵਿੱਚੋਂ ਸੱਚਾ ਪਰਮਾਤਮਾ ਨਿਵਾਸ ਕਰਦਾ ਹੈ। ਹਿਆਓ ਹਿਆ ਨਾ ਕਹਿ ਠਾਏ, ਹਿਆਓ ਨਾ ਕਹਿ ਠਾਏ ਮਤਲਬ ਕਿ ਸਾਨੂੰ ਕਿਸੇ ਦਾ ਹਿਰਦਾ, ਕਿਸੇ ਦਾ ਦਿਲ ਕਹਿ ਠਾਏ ਮਤਲਬ ਕਿ ਨਹੀਂ ਢਾਉਣਾ ਚਾਹੀਦਾ, ਨਹੀਂ ਤੋੜਨਾ ਚਾਹੀਦਾ। ਸਾਰੇ ਅਨਮੁੱਲੇ ਜੀਵ ਹਨ, ਅਨਮੋਲ ਮੋਤੀ ਹਨ, ਸਾਰਿਆਂ ਦੇ ਵਿੱਚੋਂ ਪਰਮਾਤਮਾ ਨਿਵਾਸ ਕਰਦਾ ਹੈ। ਸੋ ਬੱਚਿਓ, ਇਹ ਸ਼ੇਖ ਫਰੀਦ ਜੀ ਦੇ ਸ਼ਲੋਕ ਸਨ। ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਸਭ ਨੂੰ ਸਮਝ ਆ ਗਈ ਹੋਵੇਗੀ। ਤੁਸੀਂ ਇਹਨਾਂ ਸ਼ਲੋਕਾਂ ਦੀ ਪ੍ਰਸੰਗ ਸਹਿਤ ਵਿਆਖਿਆ ਜੋ ਹੈ ਉਹ ਕਾਪੀਆਂ 'ਤੇ ਲਿਖਣੀ ਹੈ ਅਤੇ ਆਪਣਾ ਧਿਆਨ ਵੀ ਰੱਖਣਾ ਹੈ, ਘਰਾਂ ਦੇ ਅੰਦਰ ਰਹਿਣਾ ਹੈ ਅਤੇ ਖੂਬ ਪੜ੍ਹਾਈ ਕਰਨੀ ਹੈ। ਹੁਣ ਮੈਨੂੰ ਦਿਓ ਇਜਾਜ਼ਤ। ਧੰਨਵਾਦ, ਸ਼ੁਕਰੀਆ, ਅਲਵਿਦਾ।